Unlocking the Power of RRSP, ਤੁਹਾਡੀ ਰਿਟਾਇਰਮੈਂਟ ਦਾ ਸੁਪਰ ਟੂਲ। ਸਾਹਸ ਟਾਕਸ ਦੀ ਫਾਈਨੈਂਸ਼ੀਅਲ ਐਜੂਕੇਸ਼ਨ ਸੀਰੀਜ਼ ਦੇ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਅਸੀਂ ਫਾਈਨਾਂਸ ਨੂੰ ਸਿੰਪਲ ਭਾਸ਼ਾ ਦੇ ਵਿੱਚ ਸਮਝਦੇ ਹਾਂ। ਅੱਜ ਅਸੀਂ ਇੱਕ ਪਾਵਰਫੁਲ ਪਰ ਕਈ ਵਾਰੀ ਗਲਤ ਸਮਝੇ ਜਾਣ ਵਾਲੇ ਫਾਈਨੈਂਸ਼ੀਅਲ ਟੂਲ ਬਾਰੇ ਗੱਲ ਕਰਾਂਗੇ। RRSP ਯਾਨੀ ਰਜਿਸਟਰਡ ਰਿਟਾਇਰਮੈਂਟ ਸੇਵਿੰਗਸ ਪਲਾਨ। ਚਾਹੇ ਤੁਸੀਂ ਨਵੀਂ RRSP ਖੋਲ ਰਹੇ ਹੋ ਜਾਂ ਪਹਿਲਾਂ ਹੀ RRSP ਦੇ ਵਿੱਚ ਬਚਤ ਕਰ ਰਹੇ ਹੋ, ਇਹ ਪੋਡਕਾਸਟ ਸੁਣਨਾ ਜ਼ਰੂਰੀ ਹੈ। RRSP ਇੱਕ ਟੈਕਸ ਡਿਫਰਡ ਸੇਵਿੰਗਸ ਅਕਾਊਂਟ ਹੈ ਜੋ ਕੈਨੇਡੀਅਨ ਸਰਕਾਰ ਵੱਲੋਂ ਤੁਹਾਡੀ ਰਿਟਾਇਰਮੈਂਟ ਵਾਸਤੇ ਬਚਤ ਕਰਨ ਦੇ ਲਈ ਬਣਾਇਆ ਗਿਆ ਹੈ। ਟੈਕਸ ਡਿਫਰਡ ਦਾ ਮਤਲਬ ਹੈ ਕਿ ਤੁਸੀਂ ਹੁਣ ਜਿਹੜਾ ਪੈਸਾ RRSP ਦੇ ਵਿੱਚ ਪਾਉਂਦੇ ਹੋ ਉਸ ਤੇ ਅੱਜ ਟੈਕਸ ਨਹੀਂ ਦੇਣਾ ਪੈਂਦਾ। ਟੈਕਸ ਉਦੋਂ ਲੱਗਦਾ ਹੈ ਜਦੋਂ ਤੁਸੀਂ ਪੈਸਾ ਕਢਾਉਂਦੇ ਹੋ, ਆਮ ਤੌਰ ਤੇ ਰਿਟਾਇਰਮੈਂਟ ਦੇ ਵਿੱਚ ਜਦੋਂ ਤੁਹਾਡੀ ਆਮਦਨ ਕਾਫੀ ਘੱਟ ਹੁੰਦੀ ਹੈ। ਇਸ ਨੂੰ ਇਸ ਤਰ੍ਹਾਂ ਸੋਚੋ ਕਿ ਤੁਸੀਂ ਆਪਣਾ ਪੈਸਾ ਇੱਕ ਡੱਬੇ ਦੇ ਵਿੱਚ ਰੱਖਦੇ ਹੋ, ਡੱਬਾ ਬੰਦ ਕਰ ਦਿੰਦੇ ਹੋ ਅਤੇ ਪੈਸਾ ਇਸ ਡੱਬੇ ਦੇ ਵਿੱਚ ਟੈਕਸ ਫ੍ਰੀ ਵੱਧਦਾ ਰਹਿੰਦਾ ਹੈ ਜਦ ਤੱਕ ਤੁਸੀਂ ਰਿਟਾਇਰਮੈਂਟ ਦੇ ਵਿੱਚ ਉਸ ਡੱਬੇ ਨੂੰ ਨਹੀਂ ਖੋਲਦੇ। ਹਰ ਸਾਲ ਤੁਸੀਂ ਆਪਣੀ ਪਿਛਲੇ ਸਾਲ ਦੀ ਆਮਦਨ ਦਾ 18% ਤੱਕ RRSP ਦੇ ਵਿੱਚ ਕੰਟਰੀਬਿਊਟ ਕਰ ਸਕਦੇ ਹੋ, ਪਰ ਸਰਕਾਰ ਵੱਲੋਂ ਇੱਕ ਅਧਿਕਤਮ ਸੀਮਾ ਵੀ ਨਿਰਧਾਰਤ ਕੀਤੀ ਹੁੰਦੀ ਹੈ। ਇਸ ਵਿੱਚ ਤੁਸੀਂ ਪਿਛਲੇ ਸਾਲਾਂ ਦੀ ਇਕੱਠੀ ਹੋਈ ਕੰਟਰੀਬਿਊਸ਼ਨ ਰੂਮ ਵੀ ਐਡ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਪਿਛਲੇ ਸਾਲ ਜੇ $60,000 ਕਮਾਏ ਤਾਂ ਤੁਸੀਂ 10,800 ਤੱਕ RRSP ਦੇ ਵਿੱਚ ਕੰਟਰੀਬਿਊਟ ਕਰ ਸਕਦੇ ਹੋ। ਜੇ ਤੁਸੀਂ ਇਹ ਕੰਟਰੀਬਿਊਸ਼ਨ ਨਹੀਂ ਕਰਦੇ ਤਾਂ ਇਹ ਅਮਾਉਂਟ ਅਗਲੇ ਸਾਲਾਂ ਦੇ ਵਿੱਚ ਕੈਰੀ ਫਾਰਵਰਡ ਹੋ ਜਾਂਦੀ ਹੈ ਅਤੇ ਤੁਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਦੀ ਵਰਤੋਂ ਕਰ ਸਕਦੇ ਹੋ। 18 ਸਾਲ ਦੀ ਉਮਰ ਤੋਂ ਬਾਅਦ RRSP ਕੰਟਰੀਬਿਊਸ਼ਨ ਰੂਮ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ, ਬਸ਼ਰਤੇ ਤੁਹਾਡੀ ਆਮਦਨ ਹੋਵੇ ਅਤੇ ਟੈਕਸ ਰਿਟਰਨ ਫਾਈਲ ਕੀਤਾ ਹੋਵੇ। RRSP ਖੋਲ੍ਹਣ ਦੇ ਲਈ ਕੋਈ ਮਿਨੀਮਮ ਏਜ ਨਹੀਂ ਹੈ, ਪਰ ਕੰਟਰੀਬਿਊਸ਼ਨ ਰੂਮ ਬਣਾਉਣ ਦੇ ਲਈ ਤੁਹਾਨੂੰ ਅਰਨਡ ਇਨਕਮ ਯਾਨੀ ਕਮਾਈ ਗਈ ਇਨਕਮ ਦੀ ਲੋੜ ਹੈ ਅਤੇ ਇੱਕ ਸਾਲ ਦੇ ਵਿੱਚ 2000 ਤੋਂ ਵੱਧ ਦਾ ਯੋਗਦਾਨ ਪਾਉਣ ਦੇ ਲਈ ਤੁਹਾਡੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਹੁਣ ਵੇਖਦੇ ਹਾਂ ਕਿ ਇਹ ਕਿਵੇਂ ਕੰਮ ਕਰਦਾ ਹੈ। ਤੁਸੀਂ RRSP ਦੇ ਵਿੱਚ ਪੈਸੇ ਪਾਉਂਦੇ ਹੋ ਤੇ ਉਹ ਰਕਮ ਤੁਹਾਡੀ ਟੈਕਸੇਬਲ ਇਨਕਮ ਦੇ ਵਿੱਚੋਂ ਕੱਟ ਜਾਂਦੀ ਹੈ। ਇਸ ਨਾਲ ਅਪ੍ਰੈਲ ਦੇ ਵਿੱਚ ਤੁਹਾਡਾ ਟੈਕਸ ਬਿੱਲ ਘੱਟ ਹੋ ਜਾਂਦਾ ਹੈ ਅਤੇ ਤੁਹਾਨੂੰ ਰੀਫੰਡ ਵੀ ਮਿਲ ਸਕਦਾ ਹੈ। RRSP ਦੇ ਅੰਦਰ ਤੁਹਾਡੇ ਨਿਵੇਸ਼ ਜਿਵੇਂ ਕਿ ਸਟਾਕਸ, ਬੌਂਡਸ, ਮਿਊਚੁਅਲ ਫੰਡਸ ਜਾਂ ਟਰਮ ਡਿਪੋਜ਼ਿਟ ਇਤਿਆਦਿ ਟੈਕਸ ਤੋਂ ਬਿਨਾਂ ਵਧਦੇ ਰਹਿੰਦੇ ਹਨ। ਤੁਸੀਂ ਤਦ ਤੱਕ ਟੈਕਸ ਨਹੀਂ ਭਰਦੇ ਜਦ ਤੱਕ ਪੈਸੇ ਇਸ ਅਕਾਊਂਟ ਤੋਂ ਬਾਹਰ ਨਹੀਂ ਕੱਢਦੇ। ਜਦੋਂ ਰਿਟਾਇਰਮੈਂਟ ਦੇ ਵਿੱਚ ਪੈਸਾ ਕਢਾਉਂਦੇ ਹੋ ਤਾਂ ਘੱਟ ਆਮਦਨ ਹੋਣ ਕਰਕੇ ਘੱਟ ਟੈਕਸ ਲੱਗਦਾ ਹੈ। ਜਿਵੇਂ ਕਿ ਜੇ ਤੁਸੀਂ $70,000 ਕਮਾਉਂਦੇ ਹੋ ਅਤੇ $10,000 RRSP ਦੇ ਵਿੱਚ ਕੰਟਰੀਬਿਊਟ ਕਰਦੇ ਹੋ ਤਾਂ ਤੁਹਾਡੀ ਟੈਕਸਯੋਗ ਆਮਦਨ $60,000 ਰਹਿ ਜਾਂਦੀ ਹੈ। ਤੁਹਾਡੀ ਟੈਕਸ ਬ੍ਰੈਕਟ ਦੇ ਮੁਤਾਬਿਕ ਇਹ ਤੁਹਾਨੂੰ ਸੈਂਕੜੇ ਜਾਂ ਹਜ਼ਾਰਾਂ ਡਾਲਰਸ ਦੀ ਬਚਤ ਕਰਵਾ ਸਕਦਾ ਹੈ। ਹੁਣ ਗੱਲ ਕਰਦੇ ਹਾਂ ਕੁਝ ਫਾਇਦਿਆਂ ਬਾਰੇ। ਟੈਕਸ ਡਿਡਕਸ਼ਨ। RRSP ਦੇ ਵਿੱਚ ਕੰਟਰੀਬਿਊਟ ਕਰਨ ਦੇ ਨਾਲ ਤੁਹਾਡੀ ਟੈਕਸੇਬਲ ਆਮਦਨ ਘੱਟ ਹੋ ਜਾਂਦੀ ਹੈ। ਦੂਸਰਾ ਫਾਇਦਾ ਹੈ ਟੈਕਸ ਮੁਕਤ ਵਾਧਾ। ਤੁਹਾਡਾ ਪੈਸਾ RRSP ਦੇ ਵਿੱਚ ਬਿਨਾਂ ਟੈਕਸ ਦੇ ਵੱਧਦਾ ਹੈ। ਇਸ ਅਕਾਊਂਟ ਦੇ ਵਿੱਚ ਤੁਹਾਡੀ ਇਨਵੈਸਟਮੈਂਟ ਇਨਕਮ ਜਿਵੇਂ ਕਿ ਵਿਆਜ, ਡਿਵੀਡੈਂਡ ਜਾਂ ਸਟਾਕ ਦੇ ਮੁੱਲ ਵਧਣ ਦੇ ਨਾਲ ਟੈਕਸ ਨਹੀਂ ਦੇਣਾ ਪੈਂਦਾ। ਰਿਟਾਇਰਮੈਂਟ ਇਨਕਮ ਪਲਾਨਿੰਗ ਯਾਨੀ ਰਿਟਾਇਰਮੈਂਟ ਆਮਦਨ ਦੀ ਯੋਜਨਾ। RRSP ਰਿਟਾਇਰਮੈਂਟ ਦੇ ਲਈ ਬਣਾਇਆ ਗਿਆ ਅਕਾਊਂਟ ਹੈ, ਪਰ ਇਹ ਤੁਹਾਨੂੰ ਪੈਸੇ ਕਢਾਉਣ ਦੀ ਫਲੈਕਸੀਬਿਲਿਟੀ ਵੀ ਦਿੰਦਾ ਹੈ। ਜਦੋਂ ਤੁਸੀਂ 71 ਸਾਲ ਦੇ ਹੋ ਜਾਂਦੇ ਹੋ ਤਾਂ ਤੁਹਾਡਾ RRSP RRIF ਯਾਨੀ ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ ਦੇ ਵਿੱਚ ਬਦਲ ਜਾਂਦਾ ਹੈ, ਜੋ ਤੁਹਾਡੀ ਆਮਦਨ ਦਾ ਸਰੋਤ ਬਣਦਾ ਹੈ। ਤੁਸੀਂ ਵੱਧ ਇਨਕਮ ਦੇ ਵੇਲੇ ਬਚਤ ਕਰਦੇ ਹੋ ਅਤੇ ਘੱਟ ਇਨਕਮ ਸਮੇਂ ਪੈਸੇ ਕੱਢਦੇ ਹੋ। ਇਹ ਇੱਕ ਸਮਾਰਟ ਟੈਕਸ ਮੂਵ ਹੈ। ਫਿਰ ਫਾਇਦਾ ਆਉਂਦਾ ਹੈ ਘਰ ਖਰੀਦਣ ਅਤੇ ਸਿੱਖਿਆ ਦੇ ਲਈ ਇਸ ਦੀ ਵਰਤੋਂ ਤੇ। RRSP ਸਿਰਫ ਬੁਢੇਪੇ ਦੇ ਲਈ ਨਹੀਂ, ਤੁਸੀਂ ਇਸ ਵਿੱਚੋਂ ਘਰ ਖਰੀਦਣ ਜਾਂ ਫਿਰ ਵਾਪਸ ਸਕੂਲ ਜਾਣ ਦੇ ਲਈ ਵੀ ਪੈਸੇ ਕਢਾ ਸਕਦੇ ਹੋ। ਹੋਮ ਬਾਇਰਸ ਪਲਾਨ ਰਾਹੀਂ ਤੁਸੀਂ 60,000 ਤੱਕ ਬਿਨਾਂ ਟੈਕਸ ਦਿੱਤੇ ਪੈਸੇ ਕਢਾ ਸਕਦੇ ਹੋ ਅਤੇ ਇਸ ਨੂੰ 15 ਸਾਲਾਂ ਦੇ ਵਿੱਚ ਵਾਪਸ ਕਰਨਾ ਪੈਂਦਾ ਹੈ। ਲਾਈਫ ਲੌਂਗ ਲਰਨਿੰਗ ਪਲਾਨ ਰਾਹੀਂ ਤੁਸੀਂ ਸਾਲਾਨਾ $10,000 ਕਢਾ ਸਕਦੇ ਹੋ ਅਤੇ ਕੁੱਲ ਮਿਲਾ ਕੇ $20,000 ਤੱਕ ਸਿੱਖਿਆ ਦੇ ਲਈ ਬਿਨਾਂ ਟੈਕਸ ਦੇ ਕੱਢੇ ਜਾ ਸਕਦੇ ਹਨ ਅਤੇ ਇਸ ਵਿਡਰਾਅਲ ਨੂੰ 10 ਸਾਲਾਂ ਦੇ ਵਿੱਚ ਵਾਪਸ ਕਰਨਾ ਜ਼ਰੂਰੀ ਹੁੰਦਾ ਹੈ। ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਆਖਿਰਕਾਰ ਟੈਕਸ ਦੇਣਾ ਪੈਂਦਾ ਹੈ। ਤੁਸੀਂ ਟੈਕਸ ਤੋਂ ਬਚ ਨਹੀਂ ਰਹੇ, ਸਿਰਫ ਟੈਕਸ ਭੁਗਤਾਨ ਨੂੰ ਮੁਲਤਵੀ ਕਰ ਰਹੇ ਹੋ। RRSP ਟੈਕਸ ਡਿਫਰਡ ਹੁੰਦਾ ਹੈ, ਟੈਕਸ ਫ੍ਰੀ ਨਹੀਂ। ਜਦੋਂ ਤੁਸੀਂ ਰਿਟਾਇਰਮੈਂਟ ਵੇਲੇ ਪੈਸਾ ਕਢਾਉਂਦੇ ਹੋ, ਉਹ ਪੈਸਾ ਤੁਹਾਡੀ ਆਮਦਨ ਦੇ ਵਿੱਚ ਸ਼ਾਮਿਲ ਹੁੰਦਾ ਹੈ। ਉਸ ਵੇਲੇ ਦੀ ਟੈਕਸ ਦਰ ਦੇ ਮੁਤਾਬਿਕ ਟੈਕਸ ਲੱਗਦਾ ਹੈ। ਜਲਦੀ ਪੈਸਾ ਕਢਾਉਣਾ ਨੁਕਸਾਨਦਾਇਕ ਹੋ ਸਕਦਾ ਹੈ। ਹੋਮ ਬਾਇਰਸ ਪਲਾਨ ਜਾਂ ਫਿਰ ਲਾਈਫ ਲੌਂਗ ਲਰਨਿੰਗ ਪਲਾਨ ਤੋਂ ਇਲਾਵਾ ਜੇ ਤੁਸੀਂ ਜਲਦੀ ਪੈਸੇ ਕਢਾਉਂਦੇ ਹੋ ਤਾਂ ਟੈਕਸ ਅਤੇ ਆਮਦਨ ਦੇ ਪ੍ਰਭਾਵ ਪੈਂਦਾ ਹੈ। ਰਿਟਾਇਰਮੈਂਟ ਤੋਂ ਪਹਿਲਾਂ ਪੈਸਾ ਕੱਢਣ ਦੇ ਸਮੇਂ ਆਮ ਤੌਰ ਤੇ ਵਿਦਹੋਲਡਿੰਗ ਟੈਕਸ ਕੱਟ ਲਿਆ ਜਾਂਦਾ ਹੈ ਅਤੇ ਇਹ ਉਸ ਸਾਲ ਦੇ ਤੁਹਾਡੀ ਆਮਦਨ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ। ਇਸ ਲਈ ਜਲਦੀ ਪੈਸਾ ਕਢਾਉਣ ਤੋਂ ਪਹਿਲਾਂ ਜ਼ਰੂਰ ਸੋਚੋ। ਹੁਣ ਗੱਲ ਕਰੀਏ ਕੰਟਰੀਬਿਊਸ਼ਨ ਰੂਮ ਦੀ। ਤੁਸੀਂ ਲਾਈਫ ਟਾਈਮ ਦੇ ਵਿੱਚ ਇੱਕ ਵਾਰੀ
ਆਪਣੀ ਦਿੱਤੀ ਗਈ ਲਿਮਿਟ ਤੋਂ 2000 ਵੱਧ ਤੱਕ ਕੰਟਰੀਬਿਊਟ ਕਰ ਸਕਦੇ ਹੋ। ਇਸ ਤੋਂ ਵੱਧ ਕੰਟਰੀਬਿਊਟ ਕਰਨ ਤੇ ਜੁਰਮਾਨਾ ਲੱਗ ਸਕਦਾ ਹੈ। ਜੇ ਤੁਸੀਂ ਆਪਣੀ ਸੀਮਾ ਤੋਂ ਵੱਧ ਕੰਟਰੀਬਿਊਟ ਕੀਤਾ ਤਾਂ CRA ਵੱਧ ਰਕਮ ਤੇ ਮਹੀਨੇ ਦਾ 1% ਚਾਰਜ ਕਰਦੀ ਹੈ। ਆਪਣੇ RRSP ਰੂਮ ਨੂੰ CRA ਦੇ ਮਾਈ ਅਕਾਊਂਟ ਦੇ ਵਿੱਚ ਹਮੇਸ਼ਾ ਚੈੱਕ ਕਰਦੇ ਰਹੋ। ਇਹ ਅਕਾਊਂਟ ਘੱਟ ਆਮਦਨ ਵਾਲਿਆਂ ਦੇ ਲਈ ਹਮੇਸ਼ਾ ਵਧੀਆ ਨਹੀਂ ਹੈ। ਜੇ ਤੁਸੀਂ ਹੁਣ ਘੱਟ ਟੈਕਸ ਬ੍ਰੈਕਟ ਦੇ ਵਿੱਚ ਹੋ ਅਤੇ ਰਿਟਾਇਰਮੈਂਟ ਦੇ ਵਿੱਚ ਤੁਸੀਂ ਵੱਧ ਟੈਕਸ ਬ੍ਰੈਕਟ ਦੇ ਵਿੱਚ ਹੋਵੋਗੇ ਤਾਂ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਜੇ ਤੁਸੀਂ ਹੁਣ ਘੱਟ ਕਮਾਉਂਦੇ ਹੋ ਅਤੇ ਭਵਿੱਖ ਦੇ ਵਿੱਚ ਵੱਧ ਕਮਾਉਣ ਦੀ ਉਮੀਦ ਹੈ ਤਾਂ ਵੀ RRSP ਦੇ ਰੂਮ ਨੂੰ ਬਚਾ ਕੇ ਰੱਖਿਆ ਜਾ ਸਕਦਾ ਹੈ, ਕਿਉਂਕਿ RRSP ਦੇ ਵਿੱਚ ਤੁਹਾਡੇ ਟੈਕਸ ਕਟੌਤੀ ਦਾ ਫਾਇਦਾ ਹੁਣ ਘੱਟ ਹੈ ਅਤੇ ਫਿਊਚਰ ਦੇ ਵਿੱਚ ਜ਼ਿਆਦਾ। ਹੁਣ ਦੇਖਦੇ ਹਾਂ ਕੁਝ ਐਗਜ਼ਾਮਪਲਸ ਵੱਲ। ਪਹਿਲਾਂ ਦੇਖਦੇ ਹਾਂ ਵੱਧ ਆਮਦਨ ਵਾਲੇ ਵਿਅਕਤੀ ਮਨਜੀਤ ਦੀ ਐਗਜ਼ਾਮਪਲ। ਉਮਰ 50 ਸਾਲ, ਮੌਜੂਦਾ ਆਮਦਨ ਸਾਲਾਨਾ $1,00,000, ਰਿਟਾਇਰਮੈਂਟ ਦੇ ਵਿੱਚ ਪੈਨਸ਼ਨ ਸਾਲਾਨਾ $1,00,000, 65 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਹੋਣਾ ਚਾਹੁੰਦੇ ਹਨ। RRSP ਦੇ ਵਿੱਚ ਕੰਟਰੀਬਿਊਸ਼ਨ 15 ਸਾਲਾਂ ਵਾਸਤੇ ਹਰ ਸਾਲ $10,000, ਟੈਕਸ ਬ੍ਰੈਕਟ 30 ਤੋਂ ਲੈ ਕੇ 35% ਅਤੇ RRSP ਦੀਆਂ ਇਨਵੈਸਟਮੈਂਟਸ ਦੇ ਉੱਤੇ ਸਾਲਾਨਾ 6% ਤੱਕ ਵਾਧਾ ਦਰ। ਹੁਣ $10,000 RRSP ਕੰਟਰੀਬਿਊਟ ਕਰਨ ਤੇ ਮਨਜੀਤ ਨੂੰ ਲਗਭਗ 3,000 ਤੋਂ 3,500 ਦਾ ਟੈਕਸ ਰੀਫੰਡ ਮਿਲ ਸਕਦਾ ਹੈ। 15 ਸਾਲਾਂ ਦੇ ਵਿੱਚ ਕੁੱਲ ਮਿਲਾ ਕੇ ਲਗਭਗ $50,000 ਦਾ ਰੀਫੰਡ ਮਿਲਦਾ ਹੈ। ਇਹ ਪੈਸਾ ਉਹ ਦੁਬਾਰਾ ਨਿਵੇਸ਼ ਕਰ ਸਕਦੇ ਹਨ ਟੈਕਸ ਫ੍ਰੀ ਸੇਵਿੰਗਸ ਦੇ ਵਿੱਚ ਜਾਂ ਫਿਰ ਕੋਈ ਕਰਜ਼ਾ ਚੁਕਾ ਸਕਦੇ ਹਨ। ਉਹ 15 ਸਾਲ ਦੇ ਲਈ ਹਰ ਸਾਲ $10,000 ਯਾਨੀ ਕੁੱਲ ਮਿਲਾ ਕੇ $1,50,000 ਕੰਟਰੀਬਿਊਟ ਕਰਦੇ ਹਨ। 6% ਵਾਧੇ ਦੇ ਨਾਲ ਇਹ ਅਮਾਉਂਟ ਲਗਭਗ $2,80,000 ਬਣ ਜਾਂਦਾ ਹੈ। ਕਿਉਂਕਿ ਉਹਨਾਂ ਦੀ ਪੈਨਸ਼ਨ ਪਹਿਲਾਂ ਹੀ $1,00,000 ਹੈ, RRSP ਤੋਂ ਕੱਢੇ ਪੈਸੇ ਦੇ ਕਾਰਨ ਉੱਚੇ ਟੈਕਸ ਦਰ ਦੇ ਨਾਲ ਟੈਕਸ ਲੱਗੇਗਾ। ਇਸ ਐਗਜ਼ਾਮਪਲ ਦੇ ਵਿੱਚ ਸਿਰਫ ਟੈਕਸ ਨੂੰ ਮੁਲਤਵੀ ਕੀਤਾ ਗਿਆ ਹੈ, ਬਚਤ ਨਹੀਂ, ਅਤੇ 올ਡ ਏਜ ਸਿਕਿਉਰਿਟੀ ਦਾ ਕਲॉबੈਕ ਇੱਕ ਵੱਡਾ ਨੁਕਸਾਨ ਹੋ ਸਕਦਾ ਹੈ। ਹੁਣ ਦੇਖਦੇ ਹਾਂ ਦੂਸਰੀ ਐਗਜ਼ਾਮਪਲ ਘੱਟ ਆਮਦਨ ਦੀ। ਅਮਨਦੀਪ, ਉਮਰ 35 ਸਾਲ, ਸਾਲਾਨਾ ਆਮਦਨ $30,000, RRSP ਯੋਗਦਾਨ ਹਰ ਸਾਲ $2,000 ਅਤੇ ਰਿਟਾਇਰ ਹੋਣਾ ਚਾਹੁੰਦੇ ਨੇ 65 ਸਾਲ ਦੀ ਉਮਰ ਦੇ ਵਿੱਚ। ਨਿਵੇਸ਼ ਵਾਧਾ ਦਰ 6% ਸਾਲਾਨਾ। ਹੁਣ ਅਮਨਦੀਪ ਦੀ ਆਮਦਨ $30,000 ਹੈ ਅਤੇ ਇਸ ਲਈ ਉਸ ਉੱਪਰ ਪਹਿਲਾਂ ਹੀ ਘੱਟ ਟੈਕਸ ਦਰ ਲੱਗ ਰਹੀ ਹੈ। $2,000 ਦੀ ਕੰਟਰੀਬਿਊਸ਼ਨ ਉੱਪਰ 300 ਤੋਂ ਲੈ ਕੇ $400 ਤੱਕ ਦਾ ਟੈਕਸ ਰੀਫੰਡ ਮਿਲ ਸਕਦਾ ਹੈ। 30 ਸਾਲਾਂ ਦੇ ਵਿੱਚ 6% ਵਾਧੇ ਦੇ ਨਾਲ ਉਹਨਾਂ ਦੀ RRSP ਲਗਭਗ $1,58,000 ਬਣ ਜਾਂਦੀ ਹੈ, ਜਦਕਿ ਉਹਨਾਂ ਨੇ ਸਿਰਫ $60,000 ਹੀ ਯੋਗਦਾਨ ਕੀਤਾ ਹੋਵੇਗਾ। ਜੇ ਤੁਹਾਡੀ ਆਮਦਨ 50,000 ਤੋਂ ਘੱਟ ਹੈ ਤੇ ਕਈ ਵਾਰੀ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਬਿਹਤਰ ਚੋਣ ਹੋ ਸਕਦਾ ਹੈ। ਟੈਕਸ ਫ੍ਰੀ ਸੇਵਿੰਗਸ ਅਕਾਊਂਟ ਵਿੱਚੋਂ ਪੈਸਾ ਕੱਢਣ ਤੇ ਕੋਈ ਟੈਕਸ ਨਹੀਂ ਲੱਗਦਾ। ਘੱਟ ਆਮਦਨ ਹੋਣ ਦੇ ਬਾਵਜੂਦ ਵੀ ਨਿਯਮਿਤ ਤੌਰ ਤੇ ਛੋਟੇ RRSP ਯੋਗਦਾਨ ਇਨਵੈਸਟਮੈਂਟਸ ਬਣਾਉਂਦੇ ਹਨ। ਤੁਹਾਡਾ ਪੈਸਾ RRSP ਦੇ ਵਿੱਚ ਟੈਕਸ ਮੁਕਤ ਵੱਧਦਾ ਰਹਿੰਦਾ ਹੈ। ਛੋਟੀ ਕੰਟਰੀਬਿਊਸ਼ਨ ਦੇ ਨਾਲ ਜਲਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਹੁਣ ਦੇਖਦੇ ਹਾਂ ਐਗਜ਼ਾਮਪਲ ਇੱਕ ਨੌਜਵਾਨ ਇਨਸਾਨ ਦੀ। ਮਿਲੋ ਸਿਮਰਨ ਦੇ ਨਾਲ। ਉਮਰ 30 ਸਾਲ, ਆਮਦਨ $60,000 ਸਾਲਾਨਾ, RRSP ਯੋਗਦਾਨ $5,000 ਹਰ ਸਾਲ ਅਤੇ ਰਿਟਾਇਰਮੈਂਟ ਦੀ ਉਮਰ 65 ਸਾਲ। ਸਿਮਰਨ ਨੂੰ ਹਰ ਸਾਲ $5,000 RRSP ਵਿੱਚ ਪਾਉਣ ਤੇ ਲਗਭਗ $1,250 ਟੈਕਸ ਰੀਫੰਡ ਮਿਲਦਾ ਹੈ, ਜੋ ਕਿ 6% ਦੀ ਔਸਤ ਦੇ ਨਾਲ ਵਧ ਰਹੇ ਹਨ। 65 ਸਾਲ ਦੀ ਉਮਰ ਹੋਣ ਤੇ RRSP ਲਗਭਗ $5,70,000 ਤੱਕ ਵਧ ਜਾਂਦੀ ਹੈ, ਜਦਕਿ ਉਸ ਨੇ ਸਿਰਫ $1,80,000 ਹੀ ਯੋਗਦਾਨ ਦਿੱਤਾ ਸੀ। ਸਿਮਰਨ ਨੇ ਆਪਣੇ ਪੈਸੇ ਨੂੰ ਵਧਣ ਦੇ ਲਈ ਜ਼ਿਆਦਾ ਸਮਾਂ ਦਿੱਤਾ। ਇਹ ਹੈ ਕੰਪਾਊਂਡਿੰਗ ਵਾਧੇ ਦੀ ਤਾਕਤ। ਜੇ ਇਹ RRSP ਕੋਈ ਵਡੇਰੀ ਉਮਰ ਦਾ ਵਿਅਕਤੀ ਸ਼ੁਰੂ ਕਰੇ ਤਾਂ ਉਹ ਕਿਵੇਂ ਲੱਗ ਸਕਦਾ ਹੈ? ਅਸੀਂ ਦੇਖਦੇ ਹਾਂ ਰਾਜ ਦੀ ਐਗਜ਼ਾਮਪਲ ਦੇ ਨਾਲ, ਜਿਸ ਦੀ ਉਮਰ ਹੈ 55 ਸਾਲ, ਆਮਦਨ $90,000 ਸਾਲਾਨਾ, RRSP ਯੋਗਦਾਨ $15,000 ਹਰ ਸਾਲ, ਰਿਟਾਇਰ ਹੋਣ ਦੀ ਯੋਜਨਾ 65 ਸਾਲ ਦੀ ਉਮਰ ਤੇ। ਰਾਜ ਨੂੰ ਹਰ ਸਾਲ $15,000 ਦੀ ਕੰਟਰੀਬਿਊਸ਼ਨ ਉੱਤੇ ਲਗਭਗ $4,500 ਦਾ ਟੈਕਸ ਰੀਫੰਡ ਮਿਲਦਾ ਹੈ। ਉਸ ਦਾ ਨਿਵੇਸ਼ ਵੀ 6% ਦੀ ਦਰ ਦੇ ਨਾਲ ਵਧ ਰਿਹਾ ਹੈ। 65 ਸਾਲ ਦੀ ਉਮਰ ਦੇ ਉੱਤੇ ਰਾਜ ਦੀ RRSP ਲਗਭਗ $2,05,000 ਬਣ ਜਾਂਦੀ ਹੈ, ਜਦਕਿ ਉਸਨੇ ਸਿਰਫ $1,50,000 ਹੀ ਕੰਟਰੀਬਿਊਟ ਕੀਤਾ ਸੀ। ਹੁਣ ਗੱਲ ਕਰਦੇ ਹਾਂ ਸਪਾਊਸਲ RRSP ਦੀ। ਸਪਾਊਸਲ RRSP ਇੱਕ ਰਿਟਾਇਰਮੈਂਟ ਬਚਤ ਖਾਤਾ ਹੈ ਜੋ ਕਿ ਵੱਡੀ ਆਮਦਨ ਵਾਲੇ ਜੀਵਨ ਸਾਥੀ ਨੂੰ ਇਹ ਸਹੂਲਤ ਦਿੰਦਾ ਹੈ ਕਿ ਉਹ ਆਪਣੇ ਸਪਾਊਸ ਦੀ RRSP ਦੇ ਵਿੱਚ ਪੈਸੇ ਪਾ ਸਕੇ। ਟੈਕਸ ਰੀਫੰਡ ਤੁਹਾਨੂੰ ਮਿਲਦਾ ਹੈ, ਪਰ ਰਿਟਾਇਰਮੈਂਟ ਦੀ ਬਚਤ ਤੁਹਾਡੇ ਜੀਵਨ ਸਾਥੀ ਦੇ ਖਾਤੇ ਦੇ ਵਿੱਚ ਜਾਂਦੀ ਹੈ। ਇਸ ਨੂੰ ਇੱਕ ਉਦਾਹਰਨ ਦੇ ਨਾਲ ਸਮਝਦੇ ਹਾਂ। ਰਾਜ ਅਤੇ ਸਿਮਰਨ। ਰਾਜ ਦੀ ਸਾਲਾਨਾ ਆਮਦਨ $1,00,000 ਹੈ। ਸਿਮਰਨ ਦੀ ਆਮਦਨ $30,000 ਹੈ। ਜੇ ਰਾਜ $10,000 ਸਿਮਰਨ ਦੇ ਸਪਾਊਸਲ RRSP ਅਕਾਊਂਟ ਦੇ ਵਿੱਚ ਕੰਟਰੀਬਿਊਟ ਕਰਦਾ ਹੈ
ਤਾਂ ਰਾਜ ਨੂੰ ਟੈਕਸ ਰਿਫੰਡ ਮਿਲੇਗਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਉਸਨੇ ਆਪਣੀ RRSP ਦੇ ਵਿੱਚ ਕੰਟਰੀਬਿਊਟ ਕੀਤਾ ਹੋਵੇ। ਪੈਸਾ ਸਿਮਰਨ ਦੇ RRSP ਖਾਤੇ ਦੇ ਵਿੱਚ ਜਾਂਦਾ ਹੈ ਜੋ ਕਿ ਉਸ ਦੇ ਨਾਮ ਤੇ ਹੁੰਦਾ ਹੈ। ਇਸ ਦਾ ਮਤਲਬ ਰਾਜ ਹੁਣ ਟੈਕਸ ਘੱਟ ਭਰੇਗਾ ਅਤੇ ਰਿਟਾਇਰਮੈਂਟ ਦੇ ਵਿੱਚ ਸਿਮਰਨ ਇਹ ਪੈਸੇ ਕਢਾ ਸਕੇਗੀ ਜਿਸ ਤੇ ਘੱਟ ਟੈਕਸ ਦਰ ਲੱਗਦਾ ਹੈ ਕਿਉਂਕਿ ਉਸ ਦੀ ਆਮਦਨ ਘੱਟ ਹੈ। ਇਸ ਨੂੰ ਇਨਕਮ ਸਪਲਿਟਿੰਗ ਕਿਹਾ ਜਾਂਦਾ ਹੈ। ਸਪਾਊਸਲ RRSP ਦੇ ਕੀ ਬੈਨੀਫਿਟਸ ਹਨ? ਵੱਡੀ ਆਮਦਨ ਵਾਲੇ ਜੀਵਨ ਸਾਥੀ ਨੂੰ ਟੈਕਸ ਨੂੰ ਘਟਾਉਣ ਦਾ ਮੌਕਾ ਮਿਲਦਾ ਹੈ। ਜਦੋਂ ਘੱਟ ਆਮਦਨ ਵਾਲਾ ਜੀਵਨ ਸਾਥੀ ਪੈਸੇ ਕਢਾਏਗਾ, ਉਸ ਨੂੰ ਘੱਟ ਟੈਕਸ ਦੇਣਾ ਪਏਗਾ। ਨਾਰਮਲ RRSP ਸਿਰਫ 65 ਸਾਲ ਦੀ ਉਮਰ ਤੋਂ ਬਾਅਦ ਹੀ ਇਨਕਮ ਸਪਲਿਟ ਕਰਨ ਦਿੰਦੇ ਹਨ, ਪਰ ਸਪਾਊਸਲ RRSP ਰਾਹੀਂ ਤੁਸੀਂ 65 ਸਾਲ ਦੀ ਉਮਰ ਤੋਂ ਪਹਿਲਾਂ ਵੀ ਇਨਕਮ ਸਪਲਿਟ ਕਰ ਸਕਦੇ ਹੋ। ਪਰ ਸਪਾਊਸਲ RRSP ਉੱਪਰ 3 ਸਾਲ ਦਾ ਐਟਰੀਬਿਊਸ਼ਨ ਰੂਲ ਲਾਗੂ ਹੁੰਦਾ ਹੈ। ਜੇ ਤੁਹਾਡਾ ਜੀਵਨ ਸਾਥੀ RRSP ਤੋਂ ਪੈਸਾ ਕੱਟ ਲੈਂਦਾ ਹੈ ਤਾਂ ਉਹ ਟੈਕਸ ਤੁਹਾਡੇ ਨਾਂ ਤੇ ਵਾਪਸ ਲੱਗ ਜਾਏਗਾ। ਇਸ ਲਈ ਇਹ ਲੰਬੇ ਸਮੇਂ ਦੀ ਯੋਜਨਾ ਲਈ ਹੀ ਵਰਤੋ। RRSP ਦੇ ਲਈ ਕੁਝ ਖਾਸ ਟਿਪਸ। ਛੋਟੀ ਉਮਰ ਤੋਂ ਸ਼ੁਰੂ ਕਰੋ, ਚਾਹੇ ਘੱਟ ਰਕਮ ਦੇ ਨਾਲ। ਆਪਣਾ ਟੈਕਸ ਰੀਫੰਡ ਸਿਆਣੇ ਤਰੀਕੇ ਦੇ ਨਾਲ ਵਰਤੋ। ਜਦੋਂ ਵੀ ਇਹ ਰੀਫੰਡ ਮਿਲੇ, ਉਸ ਨੂੰ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਦੇ ਵਿੱਚ ਪਾਓ, ਡੈਟਸ ਦੀ ਰੀਪੇਮੈਂਟ ਕਰੋ ਜਾਂ ਫਿਰ ਵਾਪਸ RRSP ਦੇ ਵਿੱਚ ਹੀ ਕੰਟਰੀਬਿਊਟ ਕੀਤਾ ਜਾ ਸਕਦਾ ਹੈ। ਆਪਣਾ ਮਾਰਜਨਲ ਟੈਕਸ ਰੇਟ ਜ਼ਰੂਰ ਜਾਣੋ। RRSP ਦੀ ਡੈਡਲਾਈਨ ਨੂੰ ਵੀ ਬਿਲਕੁਲ ਨਾ ਭੁੱਲੋ। ਤੁਸੀਂ ਪਿਛਲੇ ਸਾਲ ਦੇ ਲਈ ਆਉਣ ਵਾਲੇ ਸਾਲ ਦੇ ਪਹਿਲੇ 60 ਦਿਨਾਂ ਤੱਕ RRSP ਦੇ ਵਿੱਚ ਕੰਟਰੀਬਿਊਟ ਕਰ ਸਕਦੇ ਹੋ। ਆਮ ਤੌਰ ਤੇ ਮਾਰਚ 1 ਤੱਕ। 2025 ਦੇ ਲਈ ਤੁਸੀਂ ਮਾਰਚ 1, 2026 ਤੱਕ ਕੰਟਰੀਬਿਊਟ ਕਰ ਸਕਦੇ ਹੋ। ਪਰ ਜੇ ਤੁਸੀਂ 71 ਸਾਲ ਦੀ ਉਮਰ ਤੱਕ ਪਹੁੰਚ ਗਏ ਹੋ ਤਾਂ ਤੁਹਾਡੀ ਆਖਰੀ ਮਿਆਦ 2025 ਦੀ ਦਸੰਬਰ 31 ਹੀ ਰਹੇਗੀ। ਹੁਣ ਕੁਝ ਲੋਕ ਸਵਾਲ ਕਰਦੇ ਹਨ ਕਿ ਕੀ ਮੈਂ RRSP ਦੀ ਇਨਵੈਸਟਮੈਂਟਸ ਨੂੰ ਖੁਦ ਸੰਭਾਲ ਸਕਦਾ ਹਾਂ? ਜੀ ਹਾਂ, ਤੁਸੀਂ ਇੱਕ ਸੈਲਫ ਡਾਇਰੈਕਟਡ RRSP ਖੋਲ ਸਕਦੇ ਹੋ ਅਤੇ ਇਸ ਵਿੱਚ ਤੁਸੀਂ ਆਪਣੇ ਵੱਖ-ਵੱਖ ਕਿਸਮ ਦੇ ਨਿਵੇਸ਼ ਇਕੱਠੇ ਰੱਖ ਸਕਦੇ ਹੋ। ਕਿਹੜੀਆਂ ਇਨਵੈਸਟਮੈਂਟਸ RRSP ਦੇ ਲਈ ਕੁਆਲੀਫਾਈ ਕਰਦੀਆਂ ਹਨ? ਇਸ ਦੇ ਵਿੱਚ ਸ਼ਾਮਿਲ ਹਨ ਬਚਤ ਖਾਤੇ, ਸੇਵਿੰਗਸ ਅਕਾਊਂਟ ਜਾਂ ਫਿਰ GICs ਗਾਰੰਟੀਡ ਇਨਕਮ ਸਰਟੀਫਿਕੇਟਸ, ਮਿਊਚੁਅਲ ਫੰਡਸ ਜੋ ਕਿ ਐਕਸਪਰਟਸ ਦੇ ਦੁਆਰਾ ਚਲਾਏ ਜਾਂਦੇ ਸ਼ੇਅਰ ਅਤੇ ਬੌਂਡਸ ਦੇ ਪੂਲ ਹੁੰਦੇ ਹਨ, ਸਟਾਕਸ ਜੋ ਕਿ TSX ਜਾਂ NYSE ਉੱਤੇ ਲਿਸਟ ਹੋਣੇ ਚਾਹੀਦੇ ਹਨ, ਬੌਂਡਸ ਸਰਕਾਰ ਜਾਂ ਪ੍ਰਾਈਵੇਟ ਕੰਪਨੀਆਂ ਦੇ ਬੌਂਡਸ ਵੀ ਲਏ ਜਾ ਸਕਦੇ ਹਨ ਜਾਂ ਫਿਰ ਸ਼ੇਅਰਾਂ ਵਾਂਗ ਹੀ ਟ੍ਰੇਡ ਹੋਣ ਵਾਲੇ ਐਕਸਚੇਂਜ ਟ੍ਰੇਡਡ ਫੰਡਸ ਦੇ ਵਿੱਚ ਵੀ ਇਨਵੈਸਟ ਕੀਤਾ ਜਾ ਸਕਦਾ ਹੈ। ਕੈਨੇਡੀਅਨ ਸਿਕਿਉਰਿਟੀਜ਼ ਅਤੇ ਆਪਸ਼ਨਸ ਵੀ ਬਾਈ ਕਰ ਸਕਦੇ ਹੋ। ਕੁਝ ਮਾਰਗੇजेस ਜਾਂ ਮਾਰਗੇਜ ਬੈਕ ਸਿਕਿਉਰਿਟੀਜ਼ ਦੇ ਵਿੱਚ ਵੀ ਇਨਵੈਸਟ ਕੀਤਾ ਜਾ ਸਕਦਾ ਹੈ, ਪਰ ਇਹ ਘੱਟ ਕਾਮਨ ਹੈ। ਕੁਝ ਇਨਵੈਸਟਮੈਂਟਸ ਜੋ ਕਿ RRSP ਦੇ ਵਿੱਚ ਅਲਾਉਡ ਨਹੀਂ ਹਨ, ਉਹ ਹੈ ਘਰ, ਜ਼ਮੀਨ, ਆਰਟਵਰਕ ਜਾਂ ਫਿਰ ਕਲੈਕਸ਼ਨ ਵਰਗੀਆਂ ਚੀਜ਼ਾਂ, ਆਪਣੇ ਪਰਸਨਲ ਡੈਟਸ, ਅਨਰਜਿਸਟਰਡ ਲੋਨਸ, ਕ੍ਰਿਪਟੋ ਕਰੰਸੀ। ਬਹੁਤੇ RRSPs ਕ੍ਰਿਪਟੋਸ ਨੂੰ ਸਵੀਕਾਰ ਨਹੀਂ ਕਰਦੇ। ਅਜਿਹੀਆਂ ਕੰਪਨੀਆਂ ਜਿਹੜੀਆਂ ਸਟਾਕਸ ਐਕਸਚੇਂਜ ਉੱਤੇ ਲਿਸਟਡ ਨਹੀਂ ਹਨ। ਇਹ ਜ਼ਰੂਰੀ ਹੈ ਕਿ RRSP ਦੇ ਵਿੱਚ ਕੁਆਲੀਫਾਈਡ ਇਨਵੈਸਟਮੈਂਟਸ ਹੀ ਕੀਤੀਆਂ ਜਾਣ ਕਿਉਂਕਿ ਗਲਤ ਨਿਵੇਸ਼ ਦੇ ਉੱਪਰ CRA ਪੈਨਲਟੀ ਲਗਾ ਸਕਦੀ ਹੈ। ਹੁਣ ਸਮਝਦੇ ਹਾਂ RRSP ਵਿਡਰਾਅਲਸ ਨੂੰ। ਜਦੋਂ ਵੀ ਤੁਸੀਂ ਇਸ ਵਿੱਚੋਂ ਪੈਸਾ ਕਢਾਉਂਦੇ ਹੋ ਤਾਂ ਇਹ ਪੂਰੀ ਤਰ੍ਹਾਂ ਟੈਕਸਯੋਗ ਆਮਦਨ ਬਣ ਜਾਂਦੀ ਹੈ। ਤੁਹਾਡਾ ਬੈਂਕ ਵਿਦਹੋਲਡਿੰਗ ਟੈਕਸ ਰੱਖ ਲੈਂਦਾ ਹੈ। $5000 ਤੱਕ ਦੀ ਵਿਡਰਾਅ ਕੀਤੀ ਅਮਾਉਂਟ ਤੇ 10% ਟੈਕਸ ਵਿਦਹੋਲਡ ਕੀਤਾ ਜਾਂਦਾ ਹੈ। $5000 ਤੋਂ ਲੈ ਕੇ $15000 ਤੱਕ ਦੇ ਵਿਡਰਾਅਲ ਤੇ 20% ਅਤੇ $15000 ਦੇ ਵਿਡਰਾਅਲ ਤੋਂ ਬਾਅਦ 30% ਤੱਕ ਵਿਦਹੋਲਡਿੰਗ ਟੈਕਸ ਲੱਗ ਜਾਂਦਾ ਹੈ। ਤੁਹਾਨੂੰ ਟੈਕਸ ਰਿਟਰਨ ਫਾਈਲ ਕਰਨ ਤੇ ਹੋਰ ਟੈਕਸ ਦੇਣਾ ਪੈ ਸਕਦਾ ਹੈ। ਇਹ ਵਿਡਰਾਅਲਸ ਪੱਕੇ ਹੁੰਦੇ ਹਨ। ਕੰਟਰੀਬਿਊਸ਼ਨ ਰੂਮ ਦੁਬਾਰਾ ਰਿਕਵਰ ਨਹੀਂ ਹੋ ਸਕਦਾ। ਹੋਮ ਬਾਇਰਸ ਪਲਾਨ ਦੇ ਲਈ ਵੀ RRSP ਦਾ ਬਹੁਤ ਫਾਇਦਾ ਹੈ। ਇਸ ਵਿੱਚੋਂ ਹਰੇਕ ਵਿਅਕਤੀ $60,000 ਤੱਕ ਘਰ ਖਰੀਦਣ ਦੇ ਲਈ ਪੈਸੇ ਕਢਾ ਸਕਦਾ ਹੈ। ਕਪਲਸ ਦੇ ਲਈ ਕੁੱਲ 1,20,000 ਕਢਵਾਏ ਜਾ ਸਕਦੇ ਹਨ। ਇਸ ਉੱਪਰ ਕੋਈ ਵੀ ਵਿਦਹੋਲਡਿੰਗ ਟੈਕਸ ਨਹੀਂ ਦੇਣਾ ਪੈਂਦਾ। ਕੁਝ RRSPs ਜਿਵੇਂ ਕਿ ਲੌਕਡ ਇਨ RRSPs ਜਾਂ ਗਰੁੱਪ RRSPs ਇਹ ਹੋਮ ਬਾਇਰਸ ਪਲਾਨ ਦੇ ਵਿੱਚ ਪੈਸੇ ਕਢਾਉਣ ਦੀ ਆਗਿਆ ਨਹੀਂ ਦਿੰਦੇ। ਦੂਸਰਾ ਪ੍ਰੋਗਰਾਮ ਹੈ ਲਾਈਫ ਲੌਂਗ ਲਰਨਿੰਗ ਪਲਾਨ। ਲਾਈਫ ਲੌਂਗ ਲਰਨਿੰਗ ਪਲਾਨ ਦੇ ਤਹਿਤ ਤੁਸੀਂ ਆਪਣੀ RRSP ਤੋਂ ਹਰ ਕੈਲੰਡਰ ਸਾਲ ਦੇ ਵਿੱਚ 10,000 ਤੱਕ ਕਢਵਾ ਸਕਦੇ ਹੋ। ਕੁੱਲ ਮਿਲਾ ਕੇ ਵੱਧ ਤੋਂ ਵੱਧ 20,000 ਤੱਕ ਪੈਸੇ ਕਢਾਏ ਜਾ ਸਕਦੇ ਹਨ। ਇਸ ਨੂੰ 10% ਤੱਕ ਹਰ ਸਾਲ ਵਾਪਸ ਕਰਨਾ ਪੈਂਦਾ ਹੈ। ਇਹ ਜਿਹੜੇ ਵੀ ਐਜੂਕੇਸ਼ਨ ਪ੍ਰੋਗਰਾਮ ਦੇ ਲਈ ਵਰਤੇ ਜਾਣ, ਉਹ ਐਜੂਕੇਸ਼ਨ ਜਾਂ ਟ੍ਰੇਨਿੰਗ ਪ੍ਰੋਗਰਾਮ ਘੱਟੋ-ਘੱਟ ਪੋਸਟ ਸੈਕੰਡਰੀ ਲੈਵਲ ਦਾ ਹੋਵੇ, ਫੁੱਲ ਟਾਈਮ ਹੋਵੇ ਅਤੇ ਮਿਨੀਮਮ 3 ਕੰਸੈਕੂਟਿਵ ਮਹੀਨਿਆਂ ਵਾਸਤੇ ਹੋਣਾ ਚਾਹੀਦਾ ਹੈ ਅਤੇ ਐਜੂਕੇਸ਼ਨਲ ਇੰਸਟੀਟਿਊਸ਼ਨ ਡੈਜ਼ਿਗਨੇਟਿਡ ਹੋਣੇ ਚਾਹੀਦੇ ਹਨ। ਇਹਨਾਂ ਦੋਨਾਂ ਹੀ ਕੇਸਿਸ ਦੇ ਵਿੱਚ ਜੇ ਸਾਲ ਕਢਾਏ ਹੋਏ ਪੈਸੇ RRSP ਦੇ ਵਿੱਚ ਵਾਪਸ ਨਹੀਂ ਪਾਉਂਦੇ ਤਾਂ ਉਹ ਉਸ ਸਾਲ ਦੀ ਇਨਕਮ ਦੇ ਵਿੱਚ ਐਡ ਕਰ ਦਿੱਤੇ ਜਾਂਦੇ ਹਨ। ਫਿਰ ਪੈਸੇ ਕਢਾਏ ਜਾ ਸਕਦੇ ਹਨ
ਰਿਟਾਇਰਮੈਂਟ ਵੇਲੇ RRIF ਯਾਨੀ ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ ਦੇ ਦੁਆਰਾ 71 ਸਾਲ ਦੀ ਉਮਰ ਦੇ ਵਿੱਚ RRSP ਨੂੰ RRIF ਦੇ ਵਿੱਚ ਕਨਵਰਟ ਕਰਨਾ ਜ਼ਰੂਰੀ ਹੋ ਜਾਂਦਾ ਹੈ। RRSP ਅਕਾਊਂਟ ਨੂੰ ਲੈ ਕੇ ਕੁਝ ਆਮ ਗਲਤੀਆਂ ਵੀ ਜੁੜੀਆਂ ਹਨ, ਜਿਵੇਂ ਕਿ RRSP ਤੋਂ ਪੈਸੇ ਕਢਾ ਕੇ ਕਿਸੇ ਹੋਰ ਅਕਾਊਂਟ ਦੇ ਵਿੱਚ ਨਿਵੇਸ਼ ਕਰਨਾ। ਇਸ ਨਾਲ ਉਸ ਇਨਵੈਸਟਮੈਂਟ ਦੀ ਟੈਕਸ ਸ਼ੈਲਟਰਿੰਗ ਖਤਮ ਹੋ ਜਾਂਦੀ ਹੈ। ਐਮਰਜੈਂਸੀ ਦੇ ਵਾਸਤੇ RRSP ਨੂੰ ਵਰਤਣਾ ਵੀ ਗਲਤ ਤਰੀਕਾ ਹੈ। ਐਮਰਜੈਂਸੀ ਫੰਡਸ ਦੇ ਲਈ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਦੀ ਵਰਤੋਂ ਕੀਤੀ ਜਾਵੇ। ਜੇ ਜਲਦੀ ਰਿਟਾਇਰ ਹੋ ਰਹੇ ਹੋ ਤਾਂ ਥੋੜਾ RRSP ਨੂੰ ਕੱਢਣਾ ਸ਼ੁਰੂ ਕਰ ਸਕਦੇ ਹੋ। ਸਪਾਊਸਲ RRSP ਦਾ ਇਸਤੇਮਾਲ ਹੋ ਸਕਦਾ ਹੈ। RRSP ਇੱਕ ਬਹੁਤ ਹੀ ਇੰਟੈਲੀਜੈਂਟ, ਫਲੈਕਸੀਬਲ ਅਤੇ ਪਾਵਰਫੁਲ ਟੂਲ ਹੈ। ਇਹ ਤੁਹਾਡੀ ਟੈਕਸ ਬਚਤ ਅਤੇ ਰਿਟਾਇਰਮੈਂਟ ਦੀ ਤਿਆਰੀ ਦੇ ਵਿੱਚ ਬਹੁਤ ਮਦਦ ਕਰਦਾ ਹੈ, ਪਰ ਹਮੇਸ਼ਾ ਯਾਦ ਰੱਖੋ ਇਹ ਉਦੋਂ ਹੀ ਕੰਮ ਕਰਦਾ ਹੈ ਜਦੋਂ ਇਸ ਨੂੰ ਸਿਆਣੇ ਤਰੀਕੇ ਦੇ ਨਾਲ ਵਰਤੋ। ਜੇ ਤੁਹਾਨੂੰ ਇਹ ਡਾਊਟ ਹੈ ਕਿ ਇਹ ਅਕਾਊਂਟ ਤੁਹਾਡੇ ਵਾਸਤੇ ਸਹੀ ਹੈ ਜਾਂ ਨਹੀਂ, ਤਾਂ ਤੁਸੀਂ ਆਪਣੇ ਫਾਈਨੈਂਸ਼ੀਅਲ ਪਲੈਨਰ ਜਾਂ ਐਡਵਾਈਜ਼ਰ ਦੇ ਨਾਲ ਗੱਲ ਜ਼ਰੂਰ ਕਰ ਸਕਦੇ ਹੋ। Stay smart with your money.